मैं इन्ना टैक टूक तो नहीं डरने वाला। SSP साहब गोली मरवा दो मजीठीए ते। बड़ा स्पष्ट हो गया कि ये कांग्रेस के इशारे ते कर रहे हैं। एक जगह नहीं 3 जगह कराया, खीर ते अटैक ही कराता गड्डी ते। जो पॉलिटिक्स खेडी जा रही है ਇਹਦੇ ਨਾਲ ਕੇਵਲ ਤੇ ਕੇਵਲ ਪੰਜਾਬ 'ਚ ਰਾਸ਼ਟਰਪਤੀ ਰਾਜ ਗਵਰਨਰੀ ਰਾਜ ਲਾਉਣ ਦਾ ਸ਼ਰਾਰਤ ਹੈ। ਠੋਕ ਕੇ ਪਰਚਾ ਹੋਵੇ ਠੋਕੋ ਤਾਲੀ ਤੇ ਚਾਰੇ ਪ੍ਰਧਾਨਾਂ 'ਚ ਵਿੱਚ ਹਰੀਸ਼ ਰਾਵਤ ਤੇ ਵਿੱਚ ਪ੍ਰਗਟ ਸਿੰਘ ਤੇ ਨਹੀਂ ਮੂਰਖ ਬਣਾਉਣ ਲਈ ਕੈਮਰਾ ਸਾਹਮਣੇ ਆਜੂ ਤੇ ਭਰੋਸਾ ਕੋਈ ਨਹੀਂ। ਅੰਦਰੋਂ ਰਾਜਾ ਸਾਹਿਬ ਕਰਦੇ ਫਿਰਦੇ ਹੋ। ਲੋਕਾਂ ਨੂੰ ਇਸ ਤਰ੍ਹਾਂ ਮੂਰਖ ਨਹੀਂ ਬਣਾਏ ਜਾਣਾ। ਲੋਕ ਸਮਝ ਗਏ ਆ कि ठोको ताली ये सारे रल के खेडन डे आ। लोगों का मूर्ख बनाना चाहते, लोग इस तरह मूर्ख नहीं बनते। जदों कांग्रेस प्रोग्राम करे तो कोई रौला नहीं, जदों झाड़ू वाले प्रोग्राम करे तो कोई रौला नहीं। ये साडे वेले की एडा मसला खड़ा हो जाता है। गल बड़ी स्पष्ट समझ आती है कि कांग्रेस नूं विरोधी पार्टियां नूं बुखार चढ़ जाता कि इन्हां दे सरकार बनी जाती है, बन जानी है। गुरु साहब की अपार बख्शिश किरपा हुई है कि वड्डी गिनती च कांग्रेस पार्टी नूं अलविदा कह के 4 मौजूदा MC साहिबान जिहदे च बाबा हरजीत सिंह जी भल्ला जी जिहड़े साबका 3 वारी प्रधान रह चुके हैं, वड्डा समा उन्होंने इस इलाके की शहर की सेवा की है। 10 वारी वो काउंसलर मौजूदा भी सिटिंग ने ਉਹਨਾਂ ਦੇ ਨਾਲ ਉਹਨਾਂ ਦੇ ਸਾਰੇ ਪਰਿਵਾਰ ਨਾਲ ਹੀ ਜਿਹੜੇ 3 MC ਸਾਹਿਬਾਨ ਨੇ ਹੋਰ ਅੱਜ ਉਹ ਸ਼ਾਮਿਲ ਹੋਏ ਆ। ਬੜੀ ਵੱਡੀ ਗਿਣਤੀ ਨਾਲ ਆਪਦੇ ਪਰਿਵਾਰਾਂ ਨਾਲ ਕਾਂਗਰਸ ਪਾਰਟੀ ਦੇ ਜੋ ਹਾਲ ਕੀਤਾ ਸ਼ਹਿਰ ਦਾ ਔਰ ਜੋ ਹਾਲ ਕੀਤਾ ਪੰਜਾਬ ਦਾ, ਜੋ ਫਰੌਤੀ ਦਾ ਰਾਜ ਹੈ, ਗੁੰਡਾਗਰਦੀ ਦਾ ਰਾਜ ਹੈ ਔਰ ਜਿਹਦੇ 'ਚ ਸਿਰਫ ਤੇ ਸਿਰਫ ਧੱਕੇਸ਼ਾਹੀ ਤੋਂ ਸਿਵਾਏ ਕੋਈ ਨਹੀਂ ਹੈ। ਸਿਰਫ ਤੋਂ ਸਿਰਫ ਕਰਪਸ਼ਨ ਹੈ ਔਰ ਇੱਕ ਵੀ ਵਾਅਦਾ, चाहे वह विकास का है, चाहे घर घर नौकरी का है, चाहे मुलाजमान का है, चाहे वह बिजली के बिलों का है, चाहे व्यापारियों नाल है, चाहे वह इंडस्ट्री नाल है, चाहे वह मुलाजम वीरां नाल है, हरेक नाल धोखा ते धक्का कीता। अज इन्हां सारी गल्लां नूं मुख रखते हुए अज बाबा जी ते समुची टीम श्रोमणी अकाली दल विच वापस घर वापसी हुई है। मैं उन्हां नूं जी आयां नूं कहना, उन्हां नूं धन्नवाद करदा और मैनूं पूरी आस है कि 22 ਦੀ ਇਲੈਕਸ਼ਨ ਜਿੱਥੇ MLA ਦੀ ਸੀਟ 'ਚ ਜਿਵੇਂ ਬਾਟ ਸਾਹਿਬ ਨੂੰ ਇਹ ਹਲਕਾ ਵੱਡਾ ਮਾਣ ਬਖਸ਼ਦਾ ਰਿਹਾ, ਇਹਨਾਂ ਸਾਰਿਆਂ ਦੀ ਜੋ ਮੰਗ ਹੈ ਉਸ ਹਿਸਾਬ ਨਾਲ ਜਦ ਅਸੀਂ ਲੋਕਲ ਕੈਂਡੀਡੇਟ ਜੋ ਦੇਣ ਦਾ ਮਨ ਬਣਾਇਆ, ਜੇ ਉਹ ਪਾਰਟੀ ਮਨਜ਼ੂਰ ਕਰਦੀ ਹੈ, ਵੱਡੀ ਜਿੱਤ ਪੰਥ ਦੀ ਜਿਵੇਂ ਪਹਿਲਾਂ ਇਸ ਹਲਕੇ 'ਚ ਹੁੰਦੀ ਆਈ ਹੈ ਉਹ ਦੁਬਾਰ ਤੋਂ ਹੋਊਗੀ। ਜਿਹੜਾ ਤੁਹਾਡੀ ਗੱਲ ਤੇ ਅਟੈਕ ਹੋਇਆ, ਤੁਸੀਂ ਵੀ ਸਟੇਜ ਤੋਂ ਵੀ ਕਿਹਾ, ਉਹਦੇ ਬਾਰੇ ਕਹਿਣਾ ਚਾਹੋ। ਦੇਖੋ ਮੇਰੇ ਤੇ ਅਟੈਕ ਭਾਵੇਂ ਮੈਂ ਅੱਜ SSP ਸਾਹਿਬ ਨੂੰ ਆਪ ਫੋਨ ਕੀਤਾ ਔਰ ਮੈਨੂੰ ਨਹੀਂ ਪਤਾ ਸੀਗਾ ਕਿ ਬਾਬਾ ਜੀ ਦੀ ਐਡੀ ਚੜ੍ਹਾਈ ਆ। ਅੱਜ ਤਾਂ ਐਂ ਲੱਗਦਾ ਸੀ ਜਿਵੇਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਲੜਾਉਣ ਚੱਲੇ। ਮਤਲਬ ਐਡਾ ਤਾਂ ਉਹਦੇ ਵੇਲੇ ਮਸਲਾ ਨਹੀਂ ਖੜਾ ਹੁੰਦਾ। ਦੇਖੋ ਹਰ ਪਾਰਟੀ ਪ੍ਰੋਗਰਾਮ ਕਰ ਰਹੀ ਹੈ। ਕੱਲ ਪ੍ਰਤਾਪ ਸਿੰਘ ਬਾਜਵਾ ਜੀ ਨੇ ਵੀ ਪ੍ਰੋਗਰਾਮ ਕੀਤਾ, ਉੱਥੇ ਤਾਂ ਕੋਈ ਵਿਰੋਧ ਨਹੀਂ ਹੋਇਆ। ਕੁਝ ਦਿਨ ਪਹਿਲਾਂ ਹੋਰ ਮੰਤਰੀ ਵੀ ਕਰਕੇ ਗਏ ਆ। ਜਦੋਂ ਕਾਂਗਰਸ ਪ੍ਰੋਗਰਾਮ ਕਰੇ ਤੇ ਕੋਈ ਰੌਲਾ ਨਹੀਂ, ਜਦੋਂ ਝਾੜੂ ਵਾਲੇ ਪ੍ਰੋਗਰਾਮ करे तो कोई रौला नहीं। ये साडे वेले की एडा मसला खड़ा हो जाता है। तो गल बड़ी स्पष्ट समझ आती है कि कांग्रेस नूं विरोधी पार्टियां नूं बुखार चढ़ जाता कि इन्हां दे सरकार बनी जाती है, बन जानी है। तो इन्हां नूं जिन्ना नीवा विखा लो, खराब कर लो, डरा लो तो शायद सानूं कामयाबी मिल जाए। सानूं मैं SSP साहब नूं फोन किया, मैं कहा देखो जिथे तां जैनवन किसान है ਅਸੀਂ ਉਹਨਾਂ ਦਾ ਸਤਿਕਾਰ ਕਰਦੇ, ਸਾਡਾ ਕਾਹਦਾ ਝਗੜਾ। ਚਲੋ ਮੇਰਾ ਕੋਈ ਕਾਂਗਰਸੀ ਵੀ ਵਿਰੋਧ ਕਰਨਾ ਚਾਹੁੰਦਾ, ਉਹਦਾ ਵੀ ਸਤਿਕਾਰ ਹੈ, ਵਿਰੋਧ ਕਰੇ, ਮਗਰ ਲੋਕਤੰਤਰ 'ਚ ਸ਼ਾਂਤਮਈ ਵਿਰੋਧ ਹੁੰਦਾ। ਤੁਸੀਂ ਜਾਣ ਬੁੱਝ ਕੇ ਮੇਰੀ ਗੱਡੀਆਂ, ਜੇ ਕੋਈ ਵਜ਼ੀਰ ਹੋਵੇ ਜਾਂ ਤੁਹਾਡਾ ਕੋਈ ਹੋਰ ਹੋਵੇ ਤਾਂ ਘੁਮਾ ਘਮੂ ਕੇ ਲੈ ਜਾਂਦੇ ਹੋ, ਤੇ ਮੇਰੀ ਗੱਡੀਆਂ ਨੂੰ ਤੁਸੀਂ ਲਿਜਾ ਕੇ ਉੱਥੇ ਫਸਾ ਦਿੰਦੇ ਹੋ ਉਤਾਂ ਦੇ ਵਿੱਚ ਕਿ ਇਹ ਆਪਸ 'ਚ ਲੜਨ ਪਏ, ਫਿਰ ਅਸੀਂ ਪਰਚੋ ਦੇ ਦਈਏ ਆਪਸ 'ਚ। ਇਹ ਜਿਹੜੀ ਭਰਾ ਮਾਰੂ ਜੰਗ ਤੁਸੀਂ ਕਰਾਉਣ ਨੂੰ ਫਿਰਦੇ ਹੋ ਪੰਜਾਬ 'ਚ ਭਾਜਪਾ ਦੇ ਇਸ਼ਾਰੇ 'ਤੇ, ਸੈਂਟਰਲ ਏਜੰਸੀਆਂ ਦੇ ਇਸ਼ਾਰੇ 'ਤੇ। ਇਹ ਮੈਂ SSP ਸਾਹਿਬ ਨੂੰ ਕਿਹਾ, ਮੈਂ ਕਿਹਾ ਇਹਦਾ ਖਾਮਿਆਜ਼ਾ ਤੁਹਾਨੂੰ ਵੀ ਭੁਗਤਣਾ ਪਊਗਾ। ਪੰਜਾਬ 'ਚ ਭਾਈਚਾਰਕ ਸ਼ਾਂਤ, ਅਮਨ ਸ਼ਾਂਤੀ ਕਾਨੂੰਨ ਨੂੰ ਇਹ ਖਰਾਬ ਕਰਨਾ ਚਾਹ ਰਹੇ। ਜਦੋਂ ਕਿਸਾਨ ਜਥੇਬੰਦੀਆਂ ਨੇ ਕਹਿਤਾ ਕਿ ਸਾਡੀ ਲੜਾਈ ਦਿੱਲੀ ਨਾਲ ਹੈ, ਸਾਡੀ ਲੜਾਈ ਕਾਲੇ ਕਾਨੂੰਨ ਵਾਪਸ ਕਰਨ ਦੀ ਹੈ, ਸਾਡੀ ਇਹ ਜੀ ਪੰਜਾਬ 'ਚ ਕੋਈ ਮਸਲਾ ਹੀ ਨਹੀਂ ਇੱਕ ਦੂਜਿਆਂ ਨਾਲ,
ਸਾਰੀ ਪਾਰਟੀਆਂ ਭਾਜਪਾ ਨੂੰ ਛੱਡ ਕੇ ਅਸੀਂ ਇੱਕ ਪੇਜ ਤੇ ਇਕੱਠੇ ਹਾਂ। ਫਿਰ ਇਹ ਕੰਮ ਕਿਉਂ? ਬੜਾ ਸਪਸ਼ਟ ਹੋ ਗਿਆ ਕਿ ਇਹ ਕਾਂਗਰਸ ਦੇ ਇਸ਼ਾਰੇ ਤੇ ਕਰ ਰਿਹਾ। ਇੱਕ ਜਗ੍ਹਾ ਨਹੀਂ, 3 ਜਗ੍ਹਾ ਕਰਾਇਆ, ਖੀਰ ਤੇ ਅਟੈਕ ਹੀ ਕਰਾਤਾ ਗੱਡੀ ਤੇ, ਇਹਨਾਂ ਦੇ ਘਰ ਦੇ ਬਾਹਰ। ਮੈਂ ਇਹਨਾਂ ਅਟੈਕ ਟੂਕ ਤੋਂ ਨਹੀਂ ਡਰਨ ਵਾਲਾ। ਐਸਐਸਪੀ ਸਾਹਿਬ, ਗੋਲੀ ਮਰਵਾ ਦਿਓ ਮਜੀਠੀਏ ਤੇ, ਜੋ ਮਰਜ਼ੀ ਕਰਾ ਲਿਓ, ਮਗਰ ਹੱਕ ਸੱਚ ਦੀ ਲੜਾਈ 'ਚ ਮਜੀਠੀਆ ਔਰ ਮਜੀਠੀਏ ਦੇ ਸਾਥੀ ਅਸੀਂ ਸਾਰੇ ਦਿਨ ਰਾਤ ਇੱਕ ਕਰ ਦਿਆਂਗੇ। ਕਾਂਗਰਸ ਨੂੰ ਐਕਸਪੋਜ਼ ਕਰਦੇ ਰਵਾਂਗੇ। ਮਜੀਠਾ ਜੀ ਸਾਰਾ ਇੱਕ ਜਗ੍ਹਾ ਵਾਲੇ ਬਾਗ ਦਾ ਮਜੀਠਾ ਜੀ ਮਜ਼ਾਕ ਹੋਇਆ ਯਾਰ। ਮਜੀਠਾ ਜੀ, ਹਰੀਸ਼ ਰਾਵਤ ਵੱਲੋਂ 5 ਪਿਆਰਾ ਸਾਹਿਬਾਨ ਦਾ ਸ਼ਬਦ ਦਾ ਇਸਤੇਮਾਲ ਕਰਨਾ ਤੇ ਫਿਰ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ, ਲਗਾਤਾਰ ਹੀ ਐਸੇ ਕੰਮ ਸਾਹਮਣੇ ਆ ਰਹੇ। ਜਦੋਂ ਪਤਾ ਕਿ ਸਿੱਖ ਕੌਮ ਦੇ ਹਿਰਦੇ ਬਲੂੰਦਰੇ ਜਾਂਦੇ ਨੇ ਤਾਂ ਪ੍ਰੋਟੈਸਟ ਵੀ ਸ਼ੁਰੂ ਹੋ ਜਾਂਦੇ ਨੇ, ਫਿਰ ਮਾਫੀਆਂ ਮੰਗ ਲਈਆਂ ਜਾਂਦੀਆਂ। ਮੈਂ ਇਹ ਗੱਲ ਦੋਗਲੀ ਜੋ ਇਹਨਾਂ ਦੀ ਪਾਲਿਸੀ ਉਹਦੀ ਗੱਲ ਕਰਦਿਆਂ, ਮੈਂ ਅੱਗੇ ਗੱਲ ਕੀਤੀ, ਕਾਂਗਰਸ ਪਾਰਟੀ ਨੇ ਕਰਜ਼ਾ ਮਾਫੀ ਨਹੀਂ ਕੀਤੀ, ਉਹਨਾਂ ਦਾ ਕਰਾਓ ਕੋਈ ਨਹੀਂ। ਖੁਦਕੁਸ਼ੀ ਪਰਿਵਾਰ ਕਰ ਗਏ 1800 ਵੱਧ ਪਰਿਵਾਰ, ਉਹਨਾਂ ਨਾਲ ਵਾਅਦਾ ਸੀ ਕਿ ਤੁਹਾਨੂੰ ਨੌਕਰੀ ਦੇਵਾਂਗੇ, ਉਹਨਾਂ ਦਾ ਕਾਂਗਰਸੀਆਂ ਨੇ ਵਾਅਦਾ ਕੀਤਾ, ਉਹਦਾ ਕੋਈ ਕਰਾਓ ਨਹੀਂ। 10 ਲੱਖ ਕਹਿੰਦੇ ਸੀ ਖੁਦਕੁਸ਼ੀ ਪਰਿਵਾਰਾਂ ਨੂੰ ਦੇਵਾਂਗੇ, ਉਹਨਾਂ ਨੂੰ ਦੀਵਾਨੀ ਨਹੀਂ ਦਿੱਤੀ, ਉਹਦਾ ਕੋਈ ਕਰਾਓ ਨਹੀਂ। ਕਿਸਾਨਾਂ ਦੇ, ਗੰਨੇ ਦੇ ਕਿਸਾਨਾਂ ਦੇ ਨਾਲ, ਚਾਹੇ ਆ ਕਾਟਨ ਦੇ ਕਿਸਾਨਾਂ ਨਾਲ ਜਾਂ ਮੱਕੀ ਦੇ ਕਿਸਾਨਾਂ ਨਾਲ 5 ਸਾਲ ਉਹਨਾਂ ਦਾ ਸ਼ੋਸ਼ਣ ਹੁੰਦਾ ਰਿਹਾ। 1000 ਕਰੋੜ ਰੁਪਏ ਦਾ ਤਾਂ ਇਕੱਲੇ ਗੰਨੇ ਦੇ ਕਿਸਾਨਾਂ ਦਾ ਨੁਕਸਾਨ ਹੋਇਆ ਰੇਟ ਕਰਕੇ ਪਿਛਲੇ 4 ਸਾਲਾਂ 'ਚ। ਉਹਦੇ ਖਿਲਾਫ ਕੋਈ ਰੋਸ ਨਹੀਂ, ਉਹਨਾਂ ਦਾ ਕੋਈ ਘਰਾਓ ਨਹੀਂ। ਅੱਜ 360 ਐਲਾਨ ਤਾਂ, ਇਹ ਤਾਂ ਦਸੰਬਰ 'ਚ ਵੇਲੇ ਹੋ ਜਾਣੇ, ਦੇਣੀ ਤਾਂ ਮਾਰਚ ਤੱਕ ਸੀਜ਼ਨ ਚੱਲਣਾ, ਦੇਣਾ ਕਿਹਨੂੰ ਪੈਣਾ? ਅਗਲਿਆਂ ਨੂੰ। ਇਹਨਾਂ ਨੇ ਤਾਂ ਕੱਖ ਨਹੀਂ ਦਿੱਤਾ, ਠੱਗੀ ਮਾਰ ਕੇ ਪਾਰ ਗਏ। ਮਗਰ ਜਿਨ੍ਹਾਂ ਨੇ ਠੱਗੀ ਮਾਰੀ ਆ, ਅੱਜ ਉਹਨਾਂ ਦੇ ਤੁਸੀਂ ਨਾਂ ਤੇ ਜੋ ਪੋਲਿਟਿਕਸ ਖੇਡੀ ਜਾ ਰਹੀ ਹੈ, ਇਹਦੇ ਨਾਲ ਕੇਵਲ ਤੇ ਕੇਵਲ ਪੰਜਾਬ 'ਚ ਰਾਸ਼ਟਰਪਤੀ ਰਾਜ, ਗਵਰਨਰੀ ਰਾਜ ਲਾਉਣ ਦਾ ਸ਼ਰਾਰਤ ਹੈ। ਔਰ ਪੰਜਾਬ ਦਾ ਮਾਹੌਲ ਖਰਾਬ ਕਰਕੇ ਇਹ ਜੋ ਕਪਤਾਨ ਸਾਹਿਬ ਚਾਹ ਰਹੇ, ਜੋ ਭਾਜਪਾ ਚਾਹ ਰਹੀ, ਉਹ ਬਰਾਬਰ ਦੀ ਗੱਲ ਹੀ ਚਾਹ ਰਹੀ ਕਿ ਦਿੱਲੀ ਇਹੀ ਵਿਖਾ ਦਿਓ ਕਿ ਇਹਨਾਂ ਦੀਆਂ ਆਪਸ 'ਚ ਛਿੱਤਰੋ ਛਿੱਤਰੀ ਕਰਾ ਦਿਓ, ਬੰਦੇ ਮਰਵਾ ਦਿਓ, ਦਿੱਲੀ 'ਚ ਕਾਨੂੰਨ ਦੀ ਰੁਲਦੇ ਰਹਿਣਗੇ, ਮਗਰ ਇਹਨਾਂ ਨੂੰ ਪਹਿਲਾਂ ਪੰਜਾਬ 'ਚ ਰੋਲ ਦਿਓ। ਔਰ ਉਹੀ ਗੱਲ 'ਚ ਤਹਿਤ ਹਰੀਸ਼ ਰਾਵਤ ਪੰਜਾਬ 'ਚ ਆ ਕੇ, ਔਰ ਇਹ ਤੋਂ ਘਟੀਆ ਗੱਲ ਕੀ ਹੈ, ਜਿਸ ਪਾਰਟੀ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕਰਾਇਆ ਹੋਵੇ, ਜਿਸ ਪਾਰਟੀ ਨੇ ਹਜ਼ਾਰਾਂ ਦੇ ਗੁਰਸਿੱਖਾਂ ਦੇ ਕਤਲੇਆਮ ਕੀਤੇ ਹੋਏ, ਜਿਸ ਪਾਰਟੀ ਨੇ ਹਜ਼ਾਰਾਂ ਗੁਰਦੁਆਰਿਆਂ ਨੂੰ ਸਾੜਿਆ ਹੋਵੇ, ਜਿਉਂਦੇ ਜੀ ਗੁਰਸਿੱਖ ਸਾੜੇ ਹੋਣ, ਉਹ ਪਾਰਟੀ ਦਾ, ਗਾਂਧੀਆਂ ਦਾ ਕਠਪੁਤਲਾ ਹਰੀਸ਼ ਰਾਵਤ ਪੰਜਾਬ 'ਚ ਆ ਕੇ, ਜਿਨ੍ਹਾਂ ਨੇ ਸਿਰ ਮੂੰਹ ਸਭ ਮਨਾਏ ਆ, ਜਿਹੜੇ ਗੁਰਸਿੱਖ ਸਿੱਖ ਹੋਣ ਦੇ ਨਾਤੇ ਰੱਬ 'ਚ ਗੁਰੂ ਦਾ ਸਿੱਖ ਉਹ ਹੈ ਜਿਹੜਾ ਗੁਰੂ ਦਾ ਸਿੱਖ ਬਣ ਕੇ ਰਵੇ। ਇਹ ਨਹੀਂ ਕਿ ਤੁਸੀਂ ਹੋਰ ਰੂਪ 'ਚ ਰਹੋ। ਉਹਨਾਂ ਨੂੰ 5 ਪਿਆਰੇ ਦੱਸੇ, ਤੇ ਫਿਰ ਇਹਦੇ ਤੇ ਸੌਦੇ ਸਾਧ ਤੇ ਕੀ ਫਰਕ ਹੈ? ਫਿਰ ਇਹ 'ਤੇ ਪਰਚਾ ਕਿਉਂ ਨਹੀਂ? ਅੱਜ ਜੇ ਨਹੀਂ ਕਾਂਗਰਸ ਪਰਚਾ ਕਰਦੀ ਇਹਦੇ ਤੇ, ਇਹ ਤੋਂ ਸਪਸ਼ਟ ਹੋ ਜੂ ਕਿ 2 ਮਾਪਦੰਡ ਨੇ, ਦੋਗਲੀ ਰਾਜਨੀਤੀ ਹੈ। ਨਹੀਂ ਤਾਂ ਗੁਰੂ ਨੇ ਜਦ, ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਦ 5 ਪਿਆਰੇ ਜਿਨ੍ਹਾਂ ਨੂੰ ਇਹ ਪਦਵੀ ਦਿੱਤੀ ਸੀ, ਉਹ ਕਿੱਡੇ ਉੱਚੇ ਤੇ ਸੱਚੇ ਮਹਾਂਪੁਰਸ਼ ਕਹਿ ਲਓ, ਗੁਰੂ ਦੀ ਬਖਸ਼ੀਆਂ ਰੂਹਾਂ ਕਹਿ ਲਓ, ਜਿਨ੍ਹਾਂ ਨੂੰ ਐਡੀ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਸੀ, ਇੱਕ ਤੋਂ ਸੀਸ ਮੰਗਿਆ, ਐਡੀ ਵੱਡੀ ਬਖਸ਼ਿਸ਼ ਕੀਤੀ। ਔਰ ਫਿਰ ਇਹ ਗੱਲ ਕਹੀ ਕਿ 5 ਪਿਆਰਿਆਂ ਦਾ ਹੁਕਮ ਸਾਡੇ ਲਈ ਰੱਬ ਦਾ ਹੁਕਮ ਹੈ, ਲਾਈ ਹੁਕਮ ਹੈ। ਅੱਜ ਉਹ ਗੁਰੂ ਸਾਹਿਬ ਨਾਲ ਕੰਪੈਰੀਜ਼ਨ, ਫਿਰ ਮਤਲਬ ਇਹਨਾਂ 5 ਪਿਆਰਿਆਂ ਨੂੰ ਲਾਇਆ ਕਿਹਨੇ? ਮਤਲਬ ਕਿ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਕਿ ਸੋਨੀਆ ਗਾਂਧੀ ਫਿਰ ਪੰਜਾਬ ਲਈ ਰੱਬ ਦਾ ਰੂਪ ਹੈ? ਇਹ ਗੱਲਾਂ ਕਦੇ ਵੀ ਬਰਦਾਸ਼ਤ ਨਹੀਂ ਹੋਣੀਆਂ। ਠੋਕ ਕੇ ਪਰਚਾ ਹੋਵੇ, ਠੋਕੋ ਤਾਲੀ ਤੇ ਚਾਰੇ ਪ੍ਰਧਾਨਾਂ 'ਚ ਵਿੱਚ ਹਰੀਸ਼ ਰਾਵਤ ਤੇ ਵਿੱਚ ਪ੍ਰਗਟ ਸਿੰਘ ਤੇ ਨਹੀਂ ਹੁੰਦਾ, ਤੇ ਅਸੀਂ ਇਸ ਗੱਲ ਦਾ ਵਿਰੋਧ ਵੀ ਕਰਾਂਗੇ, ਆਪਦੇ ਵੱਲੋਂ ਸ਼ਿਕਾਇਤ ਵੀ ਦੇਵਾਂਗੇ, ਔਰ ਇਹਨਾਂ ਦੇ ਚਿਹਰੇ ਵੀ ਨੰਗੇ ਹੋਣਗੇ ਕਿ ਕਿਵੇਂ ਜਿੱਥੇ ਗੱਲ ਪੰਜਾਬੀਆਂ ਦੀ ਜਾਂ ਗੁਰਸਿੱਖਾਂ ਦੀ ਭਾਵਨਾ ਦੀ ਆਉਂਦੀ, ਉੱਥੇ ਕਾਂਗਰਸ ਦਾ ਕੀ ਮਾਪਦੰਡ ਰਹਿੰਦਾ। ਸਰ, ਪ੍ਰਤਾਪ ਬਾਜਵਾ ਨੇ ਐਲਾਨ ਕਰਤਾ ਕਿ ਉਹ ਗੁਰਦਾਸਪੁਰ ਜ਼ਿਲ੍ਹੇ ਤੋਂ ਚੋਣ ਲੜ, ਤੁਹਾਨੂੰ ਲੱਗਦਾ ਕਿ ਕਾਂਗਰਸ ਨੂੰ ਬੂਸਟਅਪ ਮਿਲੇਗਾ ਜਾਂ ਕੋਈ ਫਰਕ ਪਏਗਾ? ਦੇਖੋ, ਇਹ ਉਹਨਾਂ ਦੀ ਮਰਜ਼ੀ ਆ, ਉਹਨਾਂ ਦਾ ਪਾਰਟੀ ਦਾ ਅੰਦਰੂਨੀ ਮਾਮਲਾ। ਉਹ ਗੁਰਦਾਸਪੁਰ ਤੋਂ ਲੜਨ, ਉਹ ਬਟਾਲੇ ਤੋਂ ਲੜਨ, ਉਹ ਗੱਲ ਵੱਖਰੀ ਆ। ਮਗਰ ਮੈਂ ਇਹਨਾਂ 4 ਵਜ਼ੀਰਾਂ ਨੂੰ ਪੁੱਛਣਾ ਚਾਹੁੰਦਾ ਕਿ ਕੋਈ ਸ਼ਰਮ ਰਹਿ ਗਈ ਆ ਤੁਹਾਡੇ 'ਚ ਕਿ ਬੇਸ਼ਰਮ ਹੋਏ ਆ ਤੁਸੀਂ? ਐਡੇ ਮਤਲਬ ਐਡਾ ਲੁੱਚਪਣ ਯਾਰ। ਤੁਸੀਂ ਇੱਕ ਪਾਸੇ ਕਹਿੰਦੇ ਹੋ ਆ, ਭਾਵੇਂ ਉਹ ਸੁੱਖੀ ਰੰਧਾਵਾ ਹੈ, ਭਾਵੇਂ ਉਹ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੈ, ਭਾਵੇਂ ਉਹ ਸੁਖ ਸਰਕਾਰੀਆ ਜੀ ਨੇ, ਭਾਵੇਂ ਉਹ ਚੰਨੀ ਆ। ਜੇ ਤੁਹਾਨੂੰ ਕਪਤਾਨ ਤੇ ਭਰੋਸਾ ਨਹੀਂ ਤੇ ਫਿਰ ਤੁਸੀਂ ਕਿਉਂ ਵਜ਼ੀਰ ਬਣੇ ਫਿਰਦੇ ਹੋ? ਕਪਤਾਨ ਤਾਂ ਰਹੂ ਹੁਣ, ਫਿਰ ਬੇਭਰੋਸਗੀ ਆ ਤੇ ਛੱਡੋ।
ਕਿਉਂ ਚੰਬੜਿਓ ਕੁਰਸੀਆਂ ਨੂੰ? ਇਹ ਤੋਂ ਇੱਕ ਗੱਲ ਸਪਸ਼ਟ ਹੁੰਦੀ ਆ, ਮੁੱਦੇ ਮਾਦਿਆਂ ਦਾ ਤੁਹਾਡਾ ਕੋਈ ਮਸਲਾ ਨਹੀਂ, ਕੱਲਾ ਝੰਡੀ ਨਾਲ ਮਸਲਾ, ਕੁਰਸੀ ਦਾ ਮਸਲਾ। ਲੋਕਾਂ ਨੂੰ ਮੂਰਖ ਬਣਾਉਣ ਲਈ ਕੈਮਰਾ ਸਾਹਮਣੇ ਆ ਜੂ ਤੇ ਭਰੋਸਾ ਕੋਈ ਨਹੀਂ। ਅੰਦਰੋਂ ਰਾਜਾ ਸਾਹਿਬ ਕਰਦੇ ਫਿਰਦੇ ਹੋ। ਲੋਕਾਂ ਨੂੰ ਇਸ ਤਰ੍ਹਾਂ ਮੂਰਖ ਨਹੀਂ ਬਣਾਏ ਜਾਣਾ। ਲੋਕ ਸਮਝ ਗਏ ਆ ਕਿ ਠੋਕੋ ਤਾਲੀ ਇਹ ਸਾਰੇ ਰਲ ਕੇ ਖੇਡਣ ਡੇ ਆ। ਲੋਕਾਂ ਦਾ ਮੂਰਖ ਬਣਾਉਣਾ ਚਾਹੁੰਦੇ ਲੋਕ, ਇਸ ਤਰ੍ਹਾਂ ਮੂਰਖ ਨਹੀਂ ਬਣ। ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਿਆਂ ਦੀ ਕਦੋਂ ਟਿਕਟਾਂ ਅਨਾਉਂਸ ਕਰੇਗਾ? ਦੇਖੋ ਬਾਠ ਸਾਹਿਬ ਇਸ ਹਲਕੇ ਦੇ ਲੰਮਾ ਸਮਾਂ ਉਮੀਦਵਾਰੀ ਉਹਨਾਂ ਨੇ ਕੀਤੀ ਹੈ। ਲੋਕਾਂ ਨੇ ਜਦੋਂ ਮਾੜੇ ਹਾਲਾਤਾਂ 'ਚ ਵੀ ਬਾਠ ਸਾਹਿਬ ਨੂੰ ਇੱਥੋਂ ਜਿਤਾਇਆ, ਵਜ਼ੀਰ ਵੀ ਰਹੇ ਆ, ਸਾਡੇ ਸੀਨੀਅਰ ਆਗੂ। ਇਹਨਾਂ ਦੀ ਵੀ ਸਿਫਾਰਿਸ਼ ਆਈ ਆ, ਹੋਰ ਜਿਹੜੇ ਜ਼ਿੰਮੇਵਾਰ ਸੱਜਣ ਆ ਉਹਨਾਂ ਦੀ ਵੀ ਸਿਫਾਰਿਸ਼ ਆਈ ਆ ਕਿ ਲੋਕਲ ਕੈਂਡੀਡੇਟ ਨੂੰ ਇਹ ਟਿਕਟ ਦੇਣੀ ਆ। ਇਸ ਲਈ ਕੋਈ ਜਲੰਧਰੋਂ ਆਵੇ, ਕੋਈ ਕਰਨਾਲ ਤੋਂ ਆਵੇ, ਕੋਈ ਫਤਿਹਗੜ੍ਹ ਚੂੜੀਆਂ ਦੇ ਕਿਸੇ ਪਿੰਡ 'ਚੋਂ ਆਵੇ, ਕੋਈ ਬਟਾਲੇ ਤੋਂ ਆਵੇ, ਉਹਨੂੰ ਨਹੀਂ, ਲੋਕਲ ਕੈਂਡੀਡੇਟ ਨੂੰ ਇਹ ਮਾਨ ਸਤਿਕਾਰ ਮਿਲੂਗਾ। ਔਰ ਅੱਜ ਸਤਿਕਾਰਯੋਗ ਠਾਕਰ ਸਿੰਘ ਜੀ ਹੋਰਾਂ ਨੇ ਵੀ ਸਰੋਪਾ ਪਾ ਕੇ ਸਾਰਿਆਂ ਨੇ ਮੰਗ ਰੱਖੀ ਆ ਕਿ ਰਾਜਨਵੀਰ ਜੀ ਨੂੰ ਇੱਥੋਂ ਦੀ ਟਿਕਟ ਮਿਲਣੀ ਚਾਹੀਦੀ, ਕਿਉਂਕਿ ਲੋਕਲ ਕੈਂਡੀਡੇਟ ਜਾਂ ਠਾਕੁਰ ਜੀ ਨੇ ਜਾਂ ਰਾਜਨਵੀਰ ਜੀ ਨੇ। ਸੋ ਇਹ ਗੱਲ ਮੈਂ ਪਾਰਟੀ ਹਾਈਕਮਾਨ ਤੱਕ ਪਹੁੰਚਾਊਂਗਾ ਔਰ ਮੈਨੂੰ ਆਸ ਹੈ, ਉਮੀਦ ਹੈ ਕਿ ਇਸ ਫੈਸਲੇ ਨੂੰ ਮੰਨਦੇ ਹੋ ਸਾਰੀ ਸਮੁੱਚੀ ਪਾਰਟੀ। ਕਾਂਗਰਸ ਦੇ ਲੋਕ ਵਿਰੋਧੀ ਫੈਸਲਿਆਂ ਦੇ ਖਿਲਾਫ ਇਕੱਠੇ ਹੋ ਕੇ ਲੋਕਾਂ ਦੀ ਆਵਾਜ਼ ਬਣ ਕੇ ਕੈਂਡੀਡੇਟ ਜਿਹੜਾ ਵੀ ਬਾਲ ਸਾਹਿਬ ਦੇਣਗੇ ਉਹਦੀ ਮਦਦ ਤੇ ਖਲੋ। ਫਤਿਹਗੜ੍ਹ ਚੂੜੀਆਂ ਡੇਰਾ ਬਾਬਾ ਨਾਨਕ ਤੇ ਕਾਦੀਆਂ ਉੱਥੇ ਤੇ ਆਪੋ ਆਪਣੀਆਂ ਦਾਅਵੇਦਾਰੀਆਂ ਸਾਰੀ ਜਤਾ ਰਹੇ ਆ, ਪਰ ਬਟਾਲੇ ਨੂੰ ਲਵਾਰ ਛੱਡਿਆ ਜਾ ਰਿਹਾ। ਯਾਰ ਤੁਸੀਂ ਵੀ ਆਪਣੇ ਸਵਾਲ ਪੁੱਛ ਹੀ ਰਹੇ ਹੋ। ਜੇ ਤੁਸੀਂ ਆਪਦੇ ਗੱਲ ਕਰ ਸਕਦੇ ਹੋ, ਸਾਡੇ ਬੰਦੇ ਵੀ ਕਰ ਸਕਦੇ ਆ, ਲੋਕਤੰਤਰ ਹੈ। ਮਗਰ ਜਿਹੜਾ ਹਾਂਜੀ ਕਿਹੜਿਆਂ ਦੇ ਖਿਲਾਫ ਹੋ ਗਈ, ਕਦੋਂ ਹੋ ਗਈ, ਮੈਨੂੰ ਨਹੀਂ ਪਤਾ ਯਾਰ। ਮੈਂ ਦੱਸ ਰਿਹਾ ਨਾ ਜੀ ਤੁਹਾਨੂੰ। ਦੇਖੋ ਮੇਰੀ ਤਾਂ ਆਪ ਨਹੀਂ ਟਿਕਟ ਹਲੇ ਲਾਨੀ ਗਈ, ਮੈਨੂੰ ਪੁੱਛੀ ਤਾਂ ਉਹ ਐਵੇਂ ਲੱਗਦਾ ਹੁੰਦਾ ਭਰਾ, ਉਦੋਂ ਹੀ ਪਤਾ ਲੱਗਦਾ ਜਦੋਂ ਬੱਸ ਦੀ ਵੀ ਨਹੀਂ ਮਿਲਦੀ। ਇਹ ਜਦੋਂ ਸਭ ਦੀ ਜਿਹੜਾ ਕੈਂਡੀਡੇਟ ਜਿੱਤਣ ਜੋਗਾ ਉਹਨੂੰ ਟਿਕਟ ਮਿਲ ਜੂ ਔਰ ਬੜੀ ਛੇਤੀ ਮਿਲ ਜੂ। ਵਧੀਆ ਕੈਂਡੀਡੇਟ ਦੇਵਾਂਗੇ ਕਿ ਇਹ ਜਿਹੜੇ ਵਜ਼ੀਰ ਲੋਕਾਂ ਦਾ ਇੱਥੇ ਮੂਰਖ ਬਣਾਉਂਦੇ ਉਹਨਾਂ ਨੂੰ ਵਿਹਲੇ ਕਰਕੇ, ਜਿਹੜੇ ਗੈਂਗਸਟਰਾਂ ਦੀ ਮਦਦ ਤੇ ਹੋਏ ਆ, ਜਿਹੜੇ ਲੋਕ ਫਿਰੌਤੀ ਲੈਂਦੇ, ਜਿਹੜੇ ਕੰਮ ਪੁੱਠੇ ਕਰਦੇ ਉਹਨਾਂ ਦੀ ਮਦਦ ਕਰਦੇ, ਉਹਨਾਂ ਨੂੰ ਵਿਹਲੇ ਕਰਦੀ ਆ। ਔਰ ਡਾਕਟਰ ਜੋਹਲ ਵਰਗਿਆਂ ਨੂੰ ਵੀ ਸਬਕ ਸਿਖਾਉਣ ਦਾ ਕੰਮ ਕਰੀਏ।